ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ। ਕਾਂਗਰਸ ਦੇ ਵੱਲੋਂ G23 ਦਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਦੇ G23 ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਹੈ। ਗੁਲਾਮ ਨਬੀ ਆਜ਼ਾਦ ਦੀ ਅਗਵਾਈ ਦੇ ਵਿੱਚ ਜੰਮੂ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਗਿਆ। ਗੁਲਾਮ ਨਬੀ ਆਜ਼ਾਦ ਦੀ ਰਿਟਾਇਰਮੈਂਟ ਤੇ ਵੀ ਸਵਾਲ ਚੁੱਕੇ ਗਏ ਨੇ। ਕਿਹਾ ਗਿਆ ਕਿ ਨਬੀ ਨੂੰ ਇਸ ਤਰ੍ਹਾਂ ਰਿਟਾਇਰ ਕਰਨਾ ਠੀਕ ਨਹੀਂ ਹੈ। ਅਸੀਂ ਕਾਂਗਰਸ ਦੀ ਮਜ਼ਬੂਤੀ ਦੇ ਲਈ ਇਕੱਠੇ ਹੋਏ ਹਾਂ। ਇਹ ਵੀ ਕਿਹਾ ਗਿਆ ਕਿ ਕਾਂਗਰਸ ਦੀ ਮਜ਼ਬੂਤੀ ਦੇ ਲਈ ਇਕੱਠੇ ਹੋਏ ਹਾਂ। ਕਾਂਗਰਸ ਦੇ ਇਹ ਉਹ ਲੀਡਰ ਨੇ ਜਿਨ੍ਹਾਂ ਚਿੱਠੀ ਲਿਖ ਕੇ ਕਾਂਗਰਸ ਦੇ ਵਿੱਚ ਲੀਡਰਸ਼ਿਪ ਬਦਲਾਅ ਦੀ ਗੱਲ ਕੀਤੀ ਸੀ ਤੇ ਹੁਣ ਇਹਨਾਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਮੰਚ ਤੇ ਇਕੱਠੇ ਹੋ ਕੇ ਫਿਰ ਕਾਂਗਰਸ ਹਾਈ ਕਮਾਨ ਨੂੰ ਸੁਨੇਹਾ ਦਿੱਤਾ ਹੈ। ਖਾਸ ਕਰਕੇ ਇਹ ਆਗੂ ਚਾਹੁੰਦੇ ਨੇ ਕਿ ਗੁਲਾਮ ਨਬੀ ਆਜ਼ਾਦ ਵਰਗੇ ਸਿਆਸਤਦਾਨਾਂ ਦੀ ਪਾਰਟੀ ਨੂੰ ਸਰਗਰਮ ਸਿਆਸਤ ਤੇ ਸਦਨ ਦੇ ਅੰਦਰ ਲੋੜ ਹੈ। ਹਾਲਾਂਕਿ ਇਹਨਾਂ ਲੀਡਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਦੀ ਮਜ਼ਬੂਤੀ ਦੇ ਲਈ ਇਕੱਠੇ ਹੋਏ ਨੇ, ਪਰ ਜਿਸ ਤਰ੍ਹਾਂ ਉਹਨਾਂ ਮੰਚ ਤੋਂ ਗੁਲਾਮ ਨਬੀ ਆਜ਼ਾਦ ਦੀ ਪੈਰਵਾਈ ਕੀਤੀ ਉਸ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ। ਇਸ ਮੰਚ ਤੇ ਗੁਲਾਮ ਨਬੀ ਆਜ਼ਾਦ, ਮਨੀਸ਼ ਤਿਵਾੜੀ, ਕਪਲ ਸਿੱਬਲ, ਰਾਜ ਬੱਬਰ, ਆਨੰਦ ਸ਼ਰਮਾ ਤੇ ਭੁਪਿੰਦਰ ਸਿੰਘ ਹੁੱਡਾ ਮੌਜੂਦ ਸਨ। तो वक्त आ गया है कि इस देश पे जितनी प्रगतिशील ताकतें हैं, जितनी राष्ट्रवादी ताकतें हैं, जितनी धर्मनिरपेक्ष ताकतें हैं, उन सबको एक मंच पर इकट्ठा होना पड़ेगा और उसमें श्री गुलाम नबी आजाद साहब की एक बहुत बड़ी भूमिका होने वाली है। आप कई बार हवाई जहाज में चढ़ते होंगे और हवाई जहाज में चढ़ने में जो वहां बैठा होता है हवाई चलाने वाला, वो अनुभवी होता है ना। बहुत जरूरी है कि उसको अनुभवी होना चाहिए। दूसरी बात यह है कि उसके साथ एक इंजीनियर भी होता है कि कहीं इंजन में गड़बड़ी हो जाए तो वो ठीक कर देगा। तो गुलाम नबी जी अनुभवी भी हैं और इंजीनियर भी। और मुझे तो इस बात की समझ नहीं आई कि इस अनुभव को कांग्रेस पार्टी इस्तेमाल क्यों नहीं कर रही। ये आज मुझे आज तक बात नहीं समझ आ रही। लोग कहते हैं G23, मैं कहता हूं गांधी 23। महात्मा गांधी जिसके विश्वास के साथ में, जिसके इरादों के साथ में, जिसकी सोच के साथ में इस देश का आईन बना, संविधान बना, आज उसको लेकर चलने के लिए कांग्रेस के लोग मजबूती के साथ तैयार हैं। ये G23 कांग्रेस की मजबूती चाहती है। रुख करते अगली खबर ਦਾ। BKU ਕਾਦੀਆਂ ਨੇ ਸੂਬਾ ਖਜ਼ਾਨਚੀ ਸੁਖਜਿੰਦਰ ਖੋਸਾ ਨੂੰ ਬਾਹਰ ਕਰ ਦਿੱਤਾ ਹੈ। ਅਣਵਿਹਾਰਕ ਗਤੀਵਿਧੀਆਂ ਦੇ ਲਈ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਪੈਸਿਆਂ ਦਾ ਸਹੀ ਹਿਸਾਬ ਨਾ ਦੇਣ ਦਾ ਵੀ ਇਲਜ਼ਾਮ ਲੱਗਿਆ। ਟਿੱਕਰੀ ਬਾਰਡਰ ਤੇ ਖਜ਼ਾਨਚੀ ਸੀ ਸੁਖਜਿੰਦਰ ਖੋਸਾ ਦੀ ਕਿਸੇ ਵੀ ਕਾਰਵਾਈ ਦੇ ਲਈ ਜਥੇਬੰਦੀ ਜਵਾਬਦੇਹ ਨਹੀਂ ਹੋਵੇਗੀ। BKU ਕਾਦੀਆਂ ਦੇ ਵੱਲੋਂ ਇਹ ਬਿਆਨ ਸਾਹਮਣੇ ਆਇਆ। BKU ਕਾਦੀਆਂ ਨੇ ਸੂਬਾ ਖਜ਼ਾਨਚੀ ਸੁਖਜਿੰਦਰ ਖੋਸਾ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਅਣਵਿਹਾਰਕ ਗਤੀਵਿਧੀਆਂ ਦੇ ਲਈ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਪੈਸਿਆਂ ਦਾ ਸਹੀ ਹਿਸਾਬ ਨਾ ਦੇਣ ਦਾ ਵੀ ਉਹਨਾਂ ਤੇ ਇਲਜ਼ਾਮ ਲੱਗਿਆ। ਤੁਹਾਨੂੰ ਦੱਸ ਦਈਏ ਕਿ ਸੁਖਜਿੰਦਰ ਖੋਸਾ ਟਿੱਕਰੀ ਬਾਰਡਰ ਤੇ ਖਜ਼ਾਨਚੀ ਸੀ ਤੇ ਖੋਸਾ ਦੀ ਕਿਸੇ ਵੀ ਕਾਰਵਾਈ ਦੇ ਲਈ ਜਥੇਬੰਦੀ ਜਵਾਬਦੇਹ ਨਹੀਂ ਹੋਵੇਗੀ। BKU ਕਾਦੀਆਂ ਦਾ ਇਹ ਬਿਆਨ ਵੀ ਸਾਹਮਣੇ ਆਇਆ। ਹੁਣ ਗੱਲ ਕਰਾਂਗੇ ਰਾਕੇਸ਼ ਟਕੈਤ ਦੀ। ਰਵਨੀਤ ਬਿੱਟੂ ਦੇ ਬਿਆਨ ਤੇ ਟਕੈਤ ਦਾ ਜਵਾਬ ਵੀ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਲਈ 48 ਵਾਰ ਜੇਲ੍ਹ ਗਿਆ, ਮੈਂ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹਾਂ। ਟਕੈਤ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ। ਬਿੱਟੂ ਕਿਸਾਨਾਂ ਦੇ ਨਾਲ ਹਨ ਜਾਂ ਸਰਕਾਰ ਦੇ ਨਾਲ, ਇਹ ਵੀ ਉਹਨਾਂ ਨੇ ਕਿਹਾ ਕਿ ਬਿੱਟੂ ਕਿਸਾਨਾਂ ਦੇ ਨਾਲ ਨੇ ਜਾਂ ਸਰਕਾਰ ਦੇ ਨਾਲ। ਟਕੈਤ ਵੱਲੋਂ ਸਿੱਧੇ ਤੌਰ ਤੇ ਪਲਟਵਾਰ ਵੀ ਕੀਤਾ ਗਿਆ ਰਵਨੀਤ ਬਿੱਟੂ ਤੇ। ਬਿੱਟੂ ਨੇ ਟਕੈਤ ਨੂੰ ਦਰਅਸਲ ਕਿਸਾਨਾਂ ਦਾ ਦੁਸ਼ਮਣ ਕਿਹਾ ਸੀ ਤੇ ਕਿਸਾਨਾਂ ਨੂੰ ਟਕੈਤ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ। कांग्रेस के सांसद है रवनीत बिट्टू लुधियाना से, वो बहुत स्पष्ट शब्दों में आप पर निशाना साधते हैं। वो कहते हैं कि टिकैत किसानों के दुश्मन हैं। इनकी बात मत सुनिए। ऐसी उनकी तल्ख बयानबाजी आपके लिए हुई है। वो कह रहे हैं कि देखिए जब 26 तारीख को नौजवानों के ऊपर मामले दर्ज हो गए उस समय टिकैत साहब पर नहीं हुआ,
किसी और पर नहीं हुआ, ये ऐसे लोग भड़काकर पीछे हो जाते हैं। अब इन लोगों का ये समझ में नहीं आती, ये सरकार के साथ में है या ये कहीं में है। ये जी भाई तो पंजाब के लोग देखेंगे उनको। हम तो किसानों की लड़ाई लड़ रहे हैं, मुकदमा ऐसा नहीं है कि हमारे ऊपर दर्ज नहीं है। हम 48 बार जेल गए हैं। ਤਾਂ ਟਕੈਤ ਸੰਸਦ ਰਵਨੀਤ ਬਿੱਟੂ ਤੇ ਪਲਟਵਾਰ ਕਰ ਰਹੇ ਨੇ। ਤੁਹਾਨੂੰ ਸੁਣਾਉਂਦੇ ਹਾਂ ਕਿ ਬਿੱਟੂ ਨੇ ਟਕੈਤ ਤੇ ਬਿਆਨ ਕੀ ਦਿੱਤਾ ਸੀ। ਜਿੰਨਾ ਮੈਂ ਸਮਝਦਾ ਦੁਸ਼ਮਣੀ ਕੋਈ ਨਹੀਂ ਕਿਸਾਨਾਂ ਦਾ, ਉਸ ਬੰਦੇ ਨੇ, ਚਲੋ ਮੈਂ ਮੰਨ ਜਾਂਦਾ ਜੇ ਉਹ ਸਾਰੀਆਂ ਚੀਜ਼ਾਂ ਪਹਿਲਾਂ ਆਪਣੇ ਤੇ ਲਾਗੂ ਕਰਦਾ। ਜਦੋਂ 26 ਵਾਲਾ ਬਿਆਨ ਆਇਆ ਸੀ, 26 ਨੂੰ ਆਪਣੇ ਬੇਟੇ, ਆਪਣੇ ਭਰਾ, ਆਪਣਾ ਪਰਿਵਾਰ ਕਿਉਂ ਨਹੀਂ ਭੇਜਿਆ ਟਰੈਕਟਰ ਲੈ ਕੇ? ਦੂਜੇ ਲੋਕਾਂ ਦੇ ਨੌਜਵਾਨ ਬੱਚਿਆਂ ਨੂੰ ਇੱਥੇ ਭੇਜਿਆ ਝੰਡੇ ਲਹਿਰਾਉਣ, ਉਹਨਾਂ ਨੂੰ ਅੱਜ ਜੇਲ੍ਹਾਂ 'ਚ, ਅੱਜ ਉਹ ਕੇਸ ਦਰਜ ਕਰਵਾਏ ਆ। ਨਵਰੀਤ ਵਰਗਾ ਨੌਜਵਾਨ ਉਹ ਸ਼ਹੀਦ ਹੋ ਗਿਆ। ਇੱਕ ਵੀ ਪਰਚਾ ਤੁਹਾਡੇ ਲੀਡਰਾਂ ਦੇ ਕਿਸੇ ਬੇਟੇ ਤੇ ਹੋਇਆ? ਕਿਸੇ ਤੁਹਾਡੇ ਭਰਾਵਾਂ ਤੇ ਹੋਇਆ? ਕਿਉਂ ਨਹੀਂ ਹੋਇਆ? ਕਿਉਂਕਿ ਤੁਸੀਂ ਸਿਰਫ ਬਿਆਨਬਾਜ਼ੀ ਕਰਕੇ ਮੁੜ ਕੇ ਪਿੱਛੇ ਹਟ ਗਏ। ਜਦੋਂ ਅੰਦਰ ਆ ਗਏ ਬੱਚੇ, ਨੌਜਵਾਨ ਨਿਹੰਗ ਸਿੰਘ, ਉਹਨਾਂ ਨੂੰ ਕਹਿੰਦੇ ਤੁਹਾਨੂੰ ਕਿਹਨੇ ਕਿਹਾ ਸੀ ਜਾਣ ਨੂੰ? ਕੱਲੇ ਕੱਲੇ ਕਰਕੇ ਪੁਲਿਸ ਨੇ ਫੜੇ, ਪਰਚੇ ਦਰਜ ਕਰ। ਹੁਣ ਤੁਸੀਂ, ਅੱਜ ਦੁੱਖ ਹੁੰਦਾ ਸੀ, ਰੋਣਾ ਆਉਂਦਾ ਸੀ, ਬਿਆਨ ਦੇਤਾ, ਆਪਣੀਆਂ ਫਸਲਾਂ ਨੂੰ ਅੱਗ ਲਾ ਦਿਓ, ਆਪਣੀਆਂ ਫਸਲਾਂ ਜਿਹੜੀਆਂ ਉਹ ਵਾਹ ਦਿਓ। ਪਹਿਲਾਂ ਲੀਡਰੋ ਆਪ ਦੀਆਂ ਫਸਲਾਂ ਵਾਹੋ। ਡਕੈਤ ਸਾਹਿਬ ਤੁਸੀਂ ਸਾਰੇ ਲੀਡਰ ਇਹ ਪਤਾ ਕਰੋ ਵੀ ਤੁਹਾਡਾ 2 ਮਹੀਨੇ ਪਿਛਲਾ ਕਿੰਨਾ ਗੰਨਾ ਮਿੱਲਾਂ 'ਚ ਗਿਆ ਏ। ਬਿੱਟੂ ਦੇ ਨਿਸ਼ਾਨੇ ਤੇ ਬੇਸ਼ੱਕ ਟਕੈਤ ਹੋਣ, ਪਰ ਅਕਾਲੀ ਦਲ ਟਕੈਤ ਦੇ ਹੱਕ ਦੇ ਵਿੱਚ ਖੜਿਆ ਨਜ਼ਰ ਆ ਰਿਹਾ ਹੈ। ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਟਕੈਤ ਨੇ ਅੰਦੋਲਨ ਦੇ ਵਿੱਚ ਨਵੀਂ ਜਾਨ ਪਾਈ ਹੈ। ਟਕੈਤ ਸਾਹਿਬ ਵਰਗਿਆਂ ਦਾ ਔਰ ਉਹ ਜੇ ਸੱਜਣਾ ਦਾ ਜਿਨ੍ਹਾਂ ਨੇ ਯੂਪੀ, ਮੱਧ ਪ੍ਰਦੇਸ਼, ਰਾਜਸਥਾਨ, ਜਦ ਉਹ ਸਾਹਮਣੇ ਆਏ ਤੇ ਆਪਣੀ ਲੜਾਈ ਠੀਕ ਹੈ ਪੰਜਾਬੀਆਂ ਨੇ ਸ਼ੁਰੂ ਕੀਤੀ, ਮਗਰ 26 ਤਰੀਕ ਤੋਂ ਬਾਅਦ ਇੱਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਪੰਜਾਬੀ ਨੇ ਇਹ ਦੇਸ਼ ਦਰੋਹੀ ਬੈਠੇ ਆ, ਇਹ ਖਾਲਿਸਤਾਨੀ ਬੈਠੇ ਆ, ਇਹ ਦੇਸ਼ ਦੇ ਉਲਟ ਵਾਲੇ ਲੋਕ ਆ। ਜਦਕਿ ਪੰਜਾਬੀ ਦੀ ਤਾਂ ਸਭ ਤੋਂ ਵੱਡੀ ਕੁਰਬਾਨੀ ਹੈ। ਜੇ ਟਕੈਤ ਸਾਹਿਬ ਵਰਗੇ ਹਿੰਮਤੀ ਸੱਜਣ ਉਦੋਂ ਲੱਤ ਨਾ ਲਾਉਂਦੇ ਤੇ ਸ਼ਾਇਦ ਪੰਜਾਬੀਆਂ ਨੂੰ ਇੱਕ ਗਲਤ ਰੰਗ 'ਚ ਪੇਸ਼ ਕਰਤਾ ਗਿਆ ਸੀ। रुक करते हैं अगली खबर का। 1 मार्च मतलब बजट इजलास के पहले दिन कांग्रेस राज भवन का घिराव करन जा रही है, पर अकाली दल ने इस ऐलान से सवाल चुके हैं। अकाली दल ने तंज कसिया है कि एक पासे कांग्रेस राज्यपाल का स्वागत करेगी तो दूजे पासे राज्यपाल के खिलाफ प्रदर्शन करेगी। आखिर कांग्रेस राज भवन घेर के की सुनेहा देना चाहती है? 1 मार्च तो पंजाब का बजट इजलास शुरू होने जा रहा है तो पंजाब कांग्रेस ने पहले दिन राज भवन का घिराव करने का ऐलान किया हुआ है। इस वार का बजट सैशन हंगामा भरपूर रहने के आसार ने, क्योंकि विरोधी धिर अकाली दल ने साफ ऐलान कर दिता है कि पहले दिन यानी 1 मार्च को विधान सभा का घिराव किया जाएगा। साडे नाल प्रोफैसर प्रेम सिंह चंदूमाजरा ने पहले दिन ही तैयारी दे विच तुसीं सरकार कहती है पहला गलबात सुन लेंदे भी किस तरह का बजट सैशन आ रहा, पर अकाली दल ने पहले ही ऐलान कर दिता है कि विरोध किया जाऊगा, विधान सभा का घिराव किया जाऊगा। देखो ये बजट सैशन जो है 2 गल्लां ने इहदे च। एक तो ये आखिरी बजट सैशन होने करके कैप्टन अमरिंदर सिंह सरकार होना दा पंजाब दे लोग श्रोमणी अकाली दल इस गल की तवक्को करदा, आस करदा कि 4 सालों च जे वादे पूरे नहीं किते, वादे किते हुए घट्टो घट्ट आखिरी समय ते कर देण। मतलब तुहाडी तैयारी किस तरह रही, किस तरह का प्रोग्राम तुसीं उलीकिया है? पार्टी प्रधान सुखबीर सिंह बादल की अगवाई होएगी, किस तरह का प्रोग्राम तुहाडा रहेगा? ਅਸੀਂ ਪੰਜਾਬ ਭਰ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਕਿਤੇ 1000 ਵਰਕਰ, ਕਿਤੇ 500 ਵਰਕਰ ਐ ਡਿਊਟੀਆਂ ਲਾਈਆਂ ਨੇ ਤੇ ਸਾਰੇ ਸਾਡੇ ਲੀਡਰ ਜਿਹੜੇ ਨੇ ਹਰ ਪੰਜਾਬ ਦੇ ਹਲਕੇ ਤੋਂ ਆਪਣੇ ਕਾਫਲੇ ਲੈ ਕੇ ਤੁਰਨਗੇ। 25 ਸੈਕਟਰ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਵਾਂਗੇ, ਉੱਥੋਂ ਫਿਰ ਪੰਜਾਬ ਅਸੈਂਬਲੀ ਦੇ ਘਿਰਾਓ ਕਰਨ ਲਈ ਤੁਰਾਂਗੇ। ਇੱਕ ਚੀਜ਼ ਹੋਰ, ਜਿੱਥੇ ਤੁਸੀਂ ਵਿਰੋਧੀ ਧਿਰ ਹੋ, ਤੁਸੀਂ ਪ੍ਰੋਟੈਸਟ ਕਰ ਰਹੇ ਹੋ ਸੱਤਾ ਧਿਰ ਦੇ ਖਿਲਾਫ, ਪਰ ਇੱਕ ਪ੍ਰਦਰਸ਼ਨ ਹੋਰ ਹੋਣ ਜਾ ਰਿਹਾ ਉਸ ਦਿਨ। ਸਰਕਾਰ ਕਾਂਗਰਸ ਦੀ ਹੈ, ਸਰਕਾਰ ਨੇ ਗਵਰਨਰ ਸਾਹਿਬ ਨੂੰ ਸੱਦਾ ਦੇ ਕੇ ਉਹਨਾਂ ਦਾ ਮਾਨ ਸਨਮਾਨ ਕਰਕੇ ਉਹਨਾਂ ਦਾ ਭਾਸ਼ਣ ਹੋਣਾ, ਅੰਦਰ ਉਹਨਾਂ ਦਾ ਸਵਾਗਤ ਕੀਤਾ ਜਾਣਾ, ਪਰ ਬਾਹਰ ਕਾਂਗਰਸ ਪਾਰਟੀ ਨੇ ਐਲਾਨ ਕਰ ਦਿੱਤਾ ਹੈ ਕਿ ਪ੍ਰਧਾਨ ਸੁਖਬੀਰ ਜਾਖੜ ਦੀ ਅਗਵਾਈ ਦੇ ਵਿੱਚ ਉਸੇ ਗਵਰਨਰ ਸਾਹਿਬ ਦਾ ਬਾਹਰ ਕਰਦਾ ਘਿਰਾਓ ਕੀਤਾ ਜਾਣਾ ਸਵੇਰੇ ਹੀ। ਉਹ ਕਹਿੰਦੇ ਉੱਥੇ ਜਾਣ ਨਹੀਂ ਦੇਣਾ, ਉਹ ਕਹਿੰਦੇ ਉੱਥੇ ਸਵਾਗਤ ਕਰਨਾ। ਉਸ ਤਸਵੀਰ ਨੂੰ ਕਿਵੇਂ ਦੇ ਦਿਓ? ਹਾਲਾਂਕਿ ਉਹ ਵੀ ਕਹਿੰਦੇ ਨੇ ਕਿ ਗਵਰਨਰ ਸਾਹਿਬ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਸੁਨੇਹਾ ਦੇਣਾ ਕਿ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਜਾਂ ਜਿਹੜਾ ਮਹਿੰਗਾਈ ਲਗਾਤਾਰ ਵਧ ਰਹੀ ਹੈ, ਪੈਟਰੋਲ ਡੀਜ਼ਲ ਮਹਿੰਗਾ ਹੋ ਰਿਹਾ।
ਦੇਖੋ ਕੇਂਦਰ ਸਰਕਾਰ ਨੂੰ ਸੁਨੇਹਾ ਦੇਣ, ਜੀ ਸਦਕੇ ਦੇਣ, ਪਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਪੰਜਾਬ ਦੀ ਕਰ ਰਹੀ ਉਹ ਹਾਸੋਂ ਹੀ ਨਹੀਂ ਲੱਗਦੀ ਹੈ, ਬੇਅਰਥ ਲੱਗਦੀ ਹੈ ਗੱਲ। ਇੱਕ ਪਾਸੇ ਸਵਾਗਤ, ਦੂਜੇ ਪਾਸੇ ਘਰਾਓ। ਤੇ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਜਿਹੜੀ ਕਾਂਗਰਸ ਆ ਪੰਜਾਬ ਦੀ, ਉਹ ਆਪਣੇ ਮੁੱਖ ਮੰਤਰੀ ਸਾਹਿਬ ਦਾ ਪ੍ਰੈਸ਼ਰ ਪਾਵੇ, ਆਪਣੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਕਹੇ ਕਿ ਆਪਣਾ ਬੈਠ ਤਾਂ ਘਟਾਵੇ, ਆਪਣਾ ਟੈਕਸ ਤਾਂ ਅੱਧਾ ਕਰੇ। ਜੇ ਪੰਜਾਬ ਦਾ ਟੈਕਸ 50% ਕਟੌਤੀ ਕਰੇਗੀ ਪੰਜਾਬ ਸਰਕਾਰ, ਤਾਂ ਕੇਂਦਰ ਦੇ ਗਲ 'ਚ ਅੰਗੂਠਾ ਦੇਣ ਜੋਗੇ ਹੋਵਾਂਗੇ, ਕੇਂਦਰ ਤੇ ਦਬਾਅ ਪਾਉਣ ਜੋਗੇ ਹੋਵਾਂਗੇ, ਕੇਂਦਰ ਨੂੰ ਮਜਬੂਰ ਕਰਾਂਗੇ ਕਿ ਉਹ ਐਕਸਾਈਜ਼ ਡਿਊਟੀ ਅੱਧੀ ਕਰੇ। ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ। ਕਾਂਗਰਸ ਵੱਲੋਂ ਗਵਰਨਰ ਹਾਊਸ ਦੇ ਘਰਾਓ ਦੀ ਦਿੱਤੀ ਕਾਲ ਤੇ ਬੀਜੇਪੀ ਨੇ ਸਵਾਲ ਚੁੱਕੇ ਨੇ, ਜਦਕਿ ਕਾਂਗਰਸ ਆਪਣੇ ਪ੍ਰੋਗਰਾਮ ਦਾ ਬਚਾਅ ਕਰਦੀ ਹੋਈ ਨਜ਼ਰ ਆ ਰਹੀ ਹੈ। ਕਰਾ ਕਰੇ ਇਹ ਗੱਲ ਕਿਸੇ ਨੂੰ ਹਜ਼ਮ ਨਹੀਂ ਹੁੰਦੀ, ਨਾ ਵਿਧਾਨਿਕ ਲੱਗਦੀ ਆ, ਨਾ ਰਾਜਨੀਤੀ ਦੀ ਕਿਸੇ ਪੜ੍ਹਾਈ ਚਾਹੁੰਦੀ ਆ, ਨਾ ਸ਼ਿਸ਼ਟਾਚਾਰ ਚਾਹੁੰਦੀ ਆ। ਪਹਿਲੇ ਤੋਂ ਪਹਿਲੀ ਤਰੀਕ ਨੂੰ ਜਾ ਕੇ ਰਾਜ ਭਵਨ ਦਾ ਘਰਾਓ ਕਰਕੇ ਗਵਰਨਰ ਨੂੰ ਗਾਲਾਂ ਕੱਢ ਕੇ ਆਉਣਗੇ। 2 ਘੰਟੇ ਬਾਅਦ ਜਦੋਂ ਗਵਰਨਰ ਐਡਰੈਸ ਵਾਸਤੇ ਉਹੀ ਗਵਰਨਰ ਵਿਧਾਨ ਸਭਾ ਚ ਆਊਗਾ, ਉਦੋਂ ਰੈੱਡ ਕਾਰਪੇਟ ਵਿਛਾ ਕੇ ਉਹਦਾ ਸਵਾਗਤ ਕਰਨਗੇ। ਕਿੱਥੇ ਦੀ ਇਹ ਸਿੱਖਿਆ ਉਹਨਾਂ ਨੂੰ ਮਿਲੀ ਹੈ? ਇਹ ਰਾਹੁਲ ਗਾਂਧੀ ਨੇ ਸਿੱਖਿਆ ਦਿੱਤੀ ਹੈ, ਜਾਂ ਪ੍ਰਿयंका ਗਾਂਧੀ ਨੇ ਦਿੱਤੀ ਹੈ, ਜਾਂ ਸੋਨੀਆ ਗਾਂਧੀ ਨੇ ਦਿੱਤੀ ਹੈ? ਹੋਰ ਤਾਂ ਕਿਸੇ ਦੀ ਮੰਨਣ ਵਾਲੇ ਹੈ ਨਹੀਂ। ਇਹ ਅਲੱਗ-ਅਲੱਗ ਗੱਲਾਂ ਹੈ। ਇੱਕ ਗੱਲ ਹੈ ਕਿ ਜਿਹੜਾ ਗਵਰਨਰ ਹੈ, ਗਵਰਨਰ ਹੱਥ ਠੋਕਾ ਬੀਜੇਪੀ ਦਾ, ਉਹ ਬੀਜੇਪੀ ਦਾ ਭੰਪੂ ਬਣਿਆ ਹੋਇਆ। ਅਸੀਂ ਇਹ ਕਹਿੰਦੇ ਕਿ ਰਾਜ ਧਰਮ ਦਾ ਪਾਲਨ ਕਰੇ, ਮਰਿਆਦਾ ਦਾ ਪਾਲਨ ਕਰੇ, ਸੰਵਿਧਾਨ ਦੀ ਰੱਖਿਆ ਕਰੇ। ਇਹ ਅਸੀਂ ਉਹਨੂੰ ਜਗਾਉਣ ਜਾ ਰਹੇ ਹਾਂ। ਜਿੱਥੇ ਤੱਕ ਵਿਧਾਨ ਸਭਾ ਦਾ ਸਵਾਲ ਹੈ, ਵਿਧਾਨ ਸਭਾ ਦੀ ਆਪਣੀ ਪਰੰਪਰਾ ਹੈ, ਪਾਰਟੀ ਦਾ ਆਪਣਾ ਕੰਮ ਹੈ, ਪਾਰਟੀ ਆਪਣਾ ਕੰਮ ਕਰੇ। ਉਧਰ ਆਮ ਆਦਮੀ ਪਾਰਟੀ ਬਜਟ ਇਜਲਾਸ ਦੇ ਦੌਰਾਨ ਪੰਜਾਬ ਸਰਕਾਰ ਨੂੰ ਘੇਰਨ ਦੇ ਲਈ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ 4 ਸਾਲ ਦੀ ਕਾਰਗੁਜ਼ਾਰੀ ਤੇ ਸਰਕਾਰ ਲਿਪਾ-ਪੋਚੀ ਕਰਨ ਦੀ ਕੋਸ਼ਿਸ਼ ਕਰੇਗੀ, ਪਰ ਆਮ ਆਦਮੀ ਪਾਰਟੀ ਸਰਕਾਰ ਨੂੰ ਅਧੂਰੇ ਵਾਅਦੇ ਯਾਦ ਕਰਵਾਏਗੀ। देखो बजट सेशन में कोई खास उम्मीद है नहीं, बहुत बुरे 4 साल लंघे ने, साल रह गया लास्ट, बस हुण 1 साल दे विच कोशिश कर रहे ने लिपा पोती करन दी, पर लोकां नूं याद है घर घर नौकरियां, करजे माफ़ी, 5-5 मरलियां दे प्लाट, 2500 रुपये बुढ़ापा पेंशन, स्मार्ट फोन और गुटका साहब दी सौं खा के चिट्टे ਦੀਆਂ ਜਿਹੜੀ ਵਪਾਰੀ ਨੇ ਉਹਨਾਂ ਨੂੰ ਨੱਥ ਪਾਉਣ ਦੀਆਂ ਗੱਲਾਂ ਜਿਹੜੀਆਂ ਸਾਰੀਆਂ ਉਹ ਗਲਤ ਸਾਬਤ ਹੋਈਆਂ ਨੇ। ਸੋ ਪੰਜਾਬ ਦੇ ਲੋਕਾਂ ਨੂੰ ਯਾਦ ਹੈ। ਗੱਲ ਕਰਾਂਗੇ ਕਿਸਾਨਾਂ ਦੀ। ਸੋਨੀਪਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਖੇਤੀ ਕਾਨੂੰਨਾਂ ਖਿਲਾਫ ਸੋਨੀਪਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਗਿਆ। ਟਰੈਕਟਰ ਟਰਾਲੀਆਂ ਦੇ ਨਾਲ 35 ਕਿਲੋਮੀਟਰ ਲੰਬੀ ਚੇਨ ਬਣਾਈ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਦੇ ਹੇਠ ਇਹ ਪ੍ਰਦਰਸ਼ਨ ਕੀਤਾ ਗਿਆ ਤੇ ਜਿਸ ਦੇ ਜ਼ਰੀਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। कानूनों के खिलाफ लगातार 3 महीने से किसान दिल्ली की सीमाओं पर डटे हुए हैं। अलग अलग तरीके से सरकार पर दबाव बनाने का काम भी किया जा रहा है। जैसे संयुक्त किसान मोर्चा आह्वान करता है, उसी हिसाब से रेल रोको या फिर सड़क जाम करने के कार्य भी किसानों द्वारा किए जा चुके हैं और सभी के सभी शांतिपूर्ण ढंग से किसानों द्वारा किए गए। किसानों का सिर्फ मांग वही है कि जब तक 3 कृषि कानून रद्द नहीं होंगे, जब तक वो अपने घर वापस नहीं जाएंगे। और उसी के तहत आज सोनीपत में किसान खेत मजदूर संगठन द्वारा एक श्रृंखला बनाई गई है। ट्रैक्टरों की हम मेरे पीछे तस्वीरें देख सकते हैं। सोनीपत के गांव रतनगढ़ से इसकी शुरुआत की गई है और गोहाना तक ये श्रृंखला गई हुई है। सिर्फ किसानों का वही मांग है कि 3 कृषि कानून जो केंद्र सरकार ने पारित किए थे, उन्हीं का विरोध करना इनका एक मकसद है। आप देख सकते। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਰੁਕ ਕਰਦੇ ਹਾਂ ਅਗਲੀ ਖਬਰ ਦਾ। ਖਿਡੌਣਿਆਂ ਦੇ ਖੇਤਰ ਦੇ ਵਿੱਚ ਆਤਮ ਨਿਰਭਰ ਬਣਨ ਦੀ ਦਿਸ਼ਾ ਦੇ ਵਿੱਚ ਦੇਸ਼ ਦਾ ਪਹਿਲਾ ਖਿਡੌਣਾ ਮੇਲਾ ਸ਼ੁਰੂ ਹੋ ਗਿਆ ਹੈ। ਪੀਐਮ ਮੋਦੀ ਨੇ ਮੇਲੇ ਦੀ ਸ਼ੁਰੂਆਤ ਦੇ ਮੌਕੇ ਤੇ ਖਿਡੌਣਾ ਸਨਅਤ ਦੇ ਵਿੱਚ ਅਪਾਰ ਸੰਭਾਵਨਾਵਾਂ ਤੇ ਮੌਕਿਆਂ ਦਾ ਜ਼ਿਕਰ ਕੀਤਾ ਹੈ। ਨਾਲ ਹੀ ਖਿਡੌਣਿਆਂ ਦੀ ਸਨਅਤ ਦੇ ਨਾਲ ਜੁੜੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ। देश के खिलौना उद्योग को वैश्विक बाजार और पहचान देने के लिए पहला खिलौना मेला शुरू हो गया है।
प्रधानमंत्री नरेंद्र मोदी ने खिलौनों के इस महाकुंभ का वर्चुअली उद्घाटन किया। इस दौरान पीएम मोदी ने खिलौना उद्योग से जुड़े कारीगरों और निर्माताओं से बात भी की कि हमारे देश की टॉय इंडस्ट्री में कितनी बड़ी ताकत छिपी हुई है। इस ताकत को बढ़ाना, इसकी पहचान बढ़ाना आत्मनिर्भर भारत अभियान का बहुत बड़ा हिस्सा है। पीएम मोदी ने कहा कि भारत के खिलौनों का इतिहास भारतीय भूभाग जितना पुराना है। हमारे सांस्कृतिक और पारंपरिक खिलौनों का वर्णन वेद, पुराण और ग्रंथों में मिलता है और ये सिलसिला पीढ़ी दर पीढ़ी जारी है। खिलौनों के क्षेत्र में भारत के पास ट्रेडिशन भी है और टेक्नोलॉजी भी है। भारत के पास कंसेप्ट भी है और कॉम्पिटेंस भी है। हम दुनिया को इको फ्रेंडली टॉयज की ओर वापस लेकर जा सकते हैं। इस मौके पर पीएम मोदी ने खिलौना मेले की जरूरत और मकसद के बारे में बताया। पीएम मोदी ने कहा कि $100 बिलियन के वैश्विक खिलौना बाजार में भारत की हिस्सेदारी बेहद कम है और यहाँ 85% खिलौने आयात किए जा रहे हैं, जिनका बच्चों पर पारंपरिक, सांस्कृतिक और मनोवैज्ञानिक असर पड़ रहा है। इसीलिए ये खिलौना मेला 2 मार्च तक चलने वाला है। 1000 से ज्यादा खिलौना निर्माता इसमें हिस्सा ले रहे हैं। खिलौनों से जुड़ी रोचक जानकारियां उपलब्ध कराई गई हैं। $400 मिलियन का व्यापार मिलने की उम्मीद है। लेकिन अब देश ने खिलौना उद्योग को 24 प्रमुख क्षेत्रों में दर्ज किया है, उसका दर्जा दे दिया है। नेशनल टॉय एक्शन प्लान भी तैयार किया गया है। इसमें 15 मंत्रालयों और विभागों को शामिल किया गया है। इसके साथ ही देश टॉय टूरिज्म की संभावनाओं को भी मजबूत कर रहा है। देश के पहले खिलौना मेले के वर्चुअल बूथ की जिम्मेदारी टाइटल स्पॉन्सर हेमलेस संभाल रही है, जो खिलौना क्षेत्र की बड़ी कंपनियों में शुमार है। हेमलेस भारतीय खिलौना कारोबार को बढ़ाने के लिए दिल्ली, मुंबई और अहमदाबाद में खेल सर्कल बनाएगी। साथ ही देश की 743 आंगनबाड़ियों में खिलौने का वितरण करेगी। खिलौनों का ये महाकुंभ भारतीय खिलौना उद्योग को मजबूत करने में मील का पत्थर साबित होगा। ब्यूरो रिपोर्ट, न्यूज़ 18 नेटवर्क।